स्वागत है पीटीसी न्यूज़ ਦੇ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਫੇਸਬੁੱਕ ਪੇਜ। ਇੱਕ ਅਹਿਮ ਖਬਰ, ਸਭ ਤੋਂ ਵੱਡੀ ਖਬਰ ਦਿਨ ਦੀ ਕਹਿ ਸਕਦੇ ਹਾਂ, ਜਿਸ ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀਗੀਆਂ। ਇਹ ਅੜਕਲਾਂ ਚੱਲ ਰਹੀਆਂ ਸੀਗੀਆਂ ਕਿ ਕੇਂਦਰ ਸਰਕਾਰ ਨੇ ਸੱਦਾ ਪੱਤਰ ਦਿੱਤਾ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਕਿ ਤੁਸੀਂ ਆਓ, ਅਸੀਂ ਗੱਲਬਾਤ ਕਰਾਂਗੇ। ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਸੀ ਸਾਨੂੰ ਕੋਈ ਸੱਦਾ ਪੱਤਰ ਨਹੀਂ ਆਇਆ, ਕੋਈ ਫੋਨ ਨਹੀਂ ਆਇਆ, ਕੋਈ ਗੱਲਬਾਤ ਨਹੀਂ ਹੋਈ, ਸਾਨੂੰ ਤਾਂ ਪਤਾ ਹੀ ਨਹੀਂ ਹੈ ਕਿ 13 ਤਰੀਕ ਨੂੰ ਕੋਈ ਮੀਟਿੰਗ ਵੀ ਹੈਗੀ ਹੈ ਕਿ ਨਹੀਂ ਹੈਗੀ ਹੈ। ਪਰ ਪੀਟੀਸੀ ਨਿਊਜ਼ ਦੇ ਕੋਲ ਐਕਸਕਲੂਸਿਵ ਹੁਣ ਲੈਟਰ ਪਹੁੰਚ ਗਈ ਹੈ, ਜਿਸ ਚਿੱਠੀ ਦੇ ਵਿੱਚ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ। ਤੁਹਾਨੂੰ ਚਿੱਠੀ ਦਿਖਾਣੇ ਆ ਕਿ ਇਹ ਸੱਦਾ ਪੱਤਰ ਕਿਸ ਵੱਲੋਂ ਆਇਆ, ਕਿਵੇਂ ਆਇਆ, ਕੀ ਕੀ ਕਿਹਾ ਗਿਆ ਇਹਦੇ ਵਿੱਚ, ਇਹ ਸਾਰੀ तमाम ਜਾਣਕਾਰੀ ਦਿੰਨੇ ਆ। ਇਹ ਸੱਦਾ ਪੱਤਰ ਦਿੱਤਾ ਗਿਆ ਦੋ ਅਹਿਮ ਮੰਤਰੀਆਂ ਵੱਲੋਂ, ਜਿਨ੍ਹਾਂ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਤੇ ਰੇਲ ਮੰਤਰੀ ਨੇ, ਉਹਨਾਂ ਵੱਲੋਂ ਇਹ ਸੱਦਾ ਪੱਤਰ ਦਿੱਤਾ ਗਿਆ ਔਰ ਇਹ ਕਿਹਾ ਗਿਆ, ਮੈਂ ਤੁਹਾਨੂੰ पूरी ਦੀ पूरी चिट्ठी पढ़ के एक बार सुना देना, फिर आप चर्चा करते हैं। इन्होंने कहा कि वे दिनों में ये हिंदी में चिट्ठी लिखी है, मैं तुम्हें पढ़ देना। कृषि संबंधी विषयों को लेकर पंजाब में आंदोलन चल रहा है। कृषि एवं किसान कल्याण मंत्रालय, भारत सरकार हमेशा ही किसानों की समस्याओं को लेकर गंभीर रही है। रेल मंत्रालय भी खाद्य सामग्री की आपूर्ति तथा लोगों को सूक्ष्म व्यवस्था प्रदान करने के लिए तत्पर है। आपकी सारी समस्याओं पर वार्ता करने के लिए ये उन्होंने जिक्र किया कि तुहाडियां जिन्नियां भी समस्यावां ने उन्हां ते गलबात करन दे लई माननीय केंद्रीय कृषि और किसान कल्याण मंत्री श्री नरेंद्र सिंह तोमर तथा माननीय रेल मंत्री श्री पीयूष गोयल आपको आमंत्रित करते हैं। आपसे अनुरोध है, दिनांक 13 नवंबर 2020 को सुबह 11 बजे हाल नंबर 2 प्रथम तल विज्ञान भवन नई दिल्ली में चर्चा हेतु पधारने का कष्ट करें। सो ये चिट्ठी साफ कर दी है अपने आप दे विच, चिट्ठी लिखी गई है सुधांशु पांडे वालों। इस कतर ने खेतीबाड़ी विभाग दे उन्हां वालों साफ किया गया कि केंद्रीय खेतीबाड़ी मंत्री ते रेल मंत्री तुहाडे नाल गलबात करना चाहते हैं। जिहड़ा अंदोलन चल रहा उस नूं लैके ये गलबात करनी चाहते हैं। सवेरे 11 बजे तुसीं विज्ञान भवन पहुंचो, तुहाडे नाल गलबात की जाएगी। इस दे विच बड़ी चर्चा वाली गल यह है कि जिहड़ियां किसान जथेबंदियां सी, वो कहिंदियां सी जद तक सानूं लिखत ਵਿੱਚ नहीं आंदा तद तक ਅਸੀਂ ਜਾਵਾਂਗੇ ਨਹੀਂ। ਇਸ ਚਿੱਠੀ ਦੇ ਵਿੱਚ ਸਾਰੇ ਦੀਆਂ ਸਾਰੀਆਂ ਜਿਹੜੀਆਂ 31 ਦੀਆਂ 31 ਜਥੇਬੰਦੀਆਂ ਨੇ ਉਹਨਾਂ ਦੇ ਬਕਾਇਦਾ ਨਾਮ ਲਿਖੇ ਗਏ ਨੇ ਔਰ ਉਹਨਾਂ ਨਾਮਾਂ ਤੇ ਇਹਨਾਂ ਨੇ ਕਿਹਾ ਕਿ ਮੋਹਰ ਲਗਾਓ, ਅਸੀਂ ਤੁਹਾਨੂੰ ਬੁਲਾਣਾ ਚਾਹੁੰਦੇ ਆ। ਇਹ ਹੁਣ ਪਾਲਾ ਜਿਹੜਾ ਹੈਗਾ, ਇਹ ਜਿਹੜੀ ਗੇਂਦ ਹੈਗੀ ਹੈ, ਇਹ ਹੁਣ ਕਿਸਾਨ ਜਥੇਬੰਦੀਆਂ ਦੇ ਕੋਲ ਹੈ ਕਿ ਉਹ ਜਾਂਦੀਆਂ ਨੇ ਕਿ ਨਹੀਂ ਜਾਂਦੀਆਂ। ਹਾਲੇ ਤੱਕ ਸਿਰਫ ਇਹ ਗੱਲ ਚੱਲ ਰਹੀ ਸੀ ਕਿ ਸਾਨੂੰ ਲਿਖਤ ਦੇ ਵਿੱਚ ਕੁਝ ਨਹੀਂ ਆਇਆ। ਸੋ ਇਸ ਚਿੱਠੀ ਦੇ ਵਿੱਚ ਲਿਖਤ ਦੇ ਵਿੱਚ ਇਹ ਕਿਹਾ ਗਿਆ। ਹਾਲਾਂਕਿ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਵੀ ਅੜੀਆਂ ਹੋਈਆਂ ਸੀਗੀਆਂ ਕਿ ਸਾਨੂੰ ਏਜੰਡਾ ਸਾਫ਼ ਕੀਤਾ ਜਾਵੇ, ਕਿਸ ਏਜੰਡੇ ਤੇ ਗੱਲਬਾਤ ਕਰਨੀ ਹੈ। ਏਜੰਡੇ ਦੇ ਤੌਰ ਤੇ ਸਿਰਫ ਇਹਨਾਂ ਨੇ ਇੱਕ ਲਾਈਨ ਲਿਖੀ ਹੈ ਕਿ ਜੋ ਤੁਹਾਡਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਨੂੰ ਲੈ ਕੇ ਚਰਚਾ ਕਰਨੀ ਹੈ। ਤਰਲੋਚਨ ਸਿੰਘ ਸੀਨੀਅਰ ਪੱਤਰਕਾਰ ਸਾਡੇ ਨਾਲ ਮੌਜੂਦ ਨੇ। ਤਰਲੋਚਨ ਜੀ, ਕਿੰਨੀ ਕੁ ਵੱਡੀ ਰਾਹਤ ਵਾਲੀ ਗੱਲ ਅਸੀਂ ਪੰਜਾਬ ਵਾਸੀਆਂ ਲਈ ਮੰਨਦੇ ਹਾਂ, ਕਿਉਂਕਿ ਕੱਲ ਸੁਰਜੀਤ ਕੁਮਾਰ ਜੈਨੀ ਵੀ ਸਾਡੇ ਕੋਲ ਆ ਕੇ ਕਹਿ ਕੇ ਗਏ ਸੀਗੇ ਕਿ ਬੜੀ ਆਸ ਹੈ ਸਾਨੂੰ ਕਿ ਅਸੀਂ ਹੁਣ ਗੱਲਬਾਤ ਨੂੰ ਸਿਰੇ ਚੜਾਵਾਂਗੇ। ਪਰ ਅੱਜ ਸ਼ਾਮ ਤੱਕ ਸਾਨੂੰ ਇਹ ਲੱਗ ਰਿਹਾ ਸੀ ਕਿ ਗੱਲਾਂ ਹਵਾ 'ਚ ਹੀ ਨੇ, ਕਿਉਂਕਿ ਕਿਸਾਨ ਜਥੇਬੰਦੀਆਂ ਕਹਿੰਦੀਆਂ ਸਾਡੇ ਕੋਲ ਤਾਂ ਸੱਦਾ ਕੋਈ ਆਇਆ ਹੀ ਨਹੀਂ। ਹੁਣ ਆ ਲੈਟਰ ਆਈ ਹੈ, ਇਹਨੇ ਕਿੰਨੀ ਕੁ ਰਾਹਤ ਦਿੱਤੀ ਹੈ? ਹਰਪ੍ਰੀਤ ਜੀ, ਇਹ ਪੱਤਰ ਔਰ ਦੀਵਾਲੀ ਤੋਂ ਇੱਕ ਦਿਨ ਪਹਿਲੋਂ ਕਿਸਾਨ ਜਥੇਬੰਦੀਆਂ ਨੂੰ ਭਾਰਤ ਸਰਕਾਰ ਵੱਲੋਂ ਬਣਾਉਣ ਦਾ ਬੜਾ ਸਾਫ਼ ਅਰਥ ਹੈ ਵੀ ਭਾਰਤ ਸਰਕਾਰ ਉੱਪਰ ਕਈ ਤਰ੍ਹਾਂ ਦੇ ਦਬਾਅ ਸੀ। ਬਾਹਰੀ ਦਬਾਅ ਕਿਸਾਨ ਜਥੇਬੰਦੀਆਂ ਸੀ, ਉਹਨਾਂ ਦੀ ਐਜੀਟੇਸ਼ਨ ਸੀ, ਜਿਹਦੇ ਕਰਕੇ ਬਹੁਤ ਬਦਨਾਮੀ ਹੋ ਰਹੀ ਸੀ ਭਾਰਤ ਸਰਕਾਰ ਦੀ। ਅੰਦਰੂਨੀ ਦਬਾਅ ਇਹ ਸੀ ਜਿਹੜਾ ਸੁਰਜੀਤ ਜਾਨੀ ਹੋਣੀ, ਜਿਨ੍ਹਾਂ ਨਾਲ ਤੁਸੀਂ ਕੱਲ ਗੱਲਬਾਤ ਕੀਤੀ, ਜਿਹੜੇ ਕਿਸਾਨਾਂ ਨੂੰ ਮਨਾਉਣ ਲਈ ਬਣਾਈ ਕਮੇਟੀ ਦੇ ਮੁਖੀ ਸਨ, ਜਦੋਂ ਉਹਨਾਂ ਨੇ ਅੱਖ ਉਠਾਤੀ, ਉਂਗਲ ਉਠਾ ਦਿੱਤੀ ਵੀ ਸਾਡੀ ਸਰਕਾਰ ਜਿਹੜੀ ਗਲਤ ਕਰ ਰਹੀ, ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ, ਇਹ ਬਿਲਕੁਲ ਗਲਤ ਹੈ। ਤੇ ਉਸ ਤੋਂ ਬਾਅਦ ਫਿਰ ਹਰਜੀਤ ਗਰੇਵਾਲ ਤੇ ਹੋਰ ਉਹਨਾਂ ਨੂੰ ਉੱਥੇ ਰਾਜਨਾਥ ਸਿੰਘ ਉਹਨਾਂ ਨੇ ਬੁਲਾਇਆ ਤੇ ਜਦੋਂ ਇਹ ਦੇਖਿਆ ਵੀ ਸਾਡੇ ਅੰਦਰੋਂ ਬਗਾਵਤ ਉੱਠ ਰਹੀ ਹੈ ਤੇ ਉਹਨਾਂ ਨੂੰ ਇਹ ਸੱਦਾ ਦੇਣਾ ਪਿਆ। ਤੀਸਰੀ ਗੱਲ, ਜਿਹੜੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰੈਸ਼ਰ ਪਾ ਰਹੇ ਸੀ ਆਪਣੇ ਢੰਗ ਨਾਲ ਵੀ ਪੰਜਾਬ ਦਾ ਨੁਕਸਾਨ ਨਹੀਂ ਇਕੱਲਾ ਹੋ ਰਿਹਾ ਰੇਲ ਗੱਡੀਆਂ ਨਾਲ, ਇਹਦੇ ਨਾਲ ਹਿਮਾਚਲ ਪ੍ਰਦੇਸ਼, ਇਸ ਤੋਂ ਇਲਾਵਾ ਖਾਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਲੱਦਾਖ 'ਚ JNK 'ਚ ਜਿਹੜੇ ਸੁਰੱਖਿਆ ਬਲ ਬੈਠੇ ਨੇ, ਆਉਣ ਵਾਲੇ ਸਮੇਂ 'ਚ ਬਰਫ਼ਬਾਰੀ ਹੋਣੀ ਹੈ, ਸੜਕਾਂ ਜਾਮ ਹੋ ਜਾਣਗੀਆਂ ਔਰ ਜੇ ਉਹਨਾਂ ਦਾ ਰਾਸ਼ਨ ਪਾਣੀ ਜਾਂ ਹੋਰ ਜ਼ਰੂਰੀ ਸਮਾਨ ਨਾ ਪਹੁੰਚਿਆ ਉਹਦੇ ਲਈ ਭਾਰਤ ਸਰਕਾਰ ਜ਼ਿੰਮੇਵਾਰ ਹੋਊਗੀ। ਅੱਛਾ, ਇੱਕ ਗੱਲ ਦੱਸੋ, ਇਹ ਸੈਟੀਸਫਾਈਡ ਕਰਦੀ ਹੈ ਚਿੱਠੀ? ਕਿਉਂਕਿ ਇਸ ਚਿੱਠੀ ਦੇ ਵਿੱਚ ਜਿਹੜੀਆਂ ਗੱਲਾਂ ਦੋ ਤਿੰਨ ਉਹਨਾਂ ਨੇ ਕਹੀਆਂ ਸੀਗੀਆਂ ਵੀ ਸਾਨੂੰ ਇਹ ਸਾਫ਼ ਕੀਤਾ ਜਾਵੇ ਮੀਟਿੰਗ ਕਿਹਦੇ ਨਾਲ ਹੈ, ਉਹ ਸਾਫ਼ ਹੋ ਗਿਆ। ਸਾਨੂੰ ਇਹ ਦੱਸਿਆ ਜਾਵੇ ਏਜੰਡਾ ਕੀ ਹੈ, ਏਜੰਡੇ ਨੂੰ ਲੈ ਕੇ ਸਿਰਫ ਇੱਕ ਲਾਈਨ ਲਿਖੀ ਗਈ ਹੈ। ਸਾਨੂੰ ਇਹ ਦੱਸਿਆ ਜਾਵੇ ਕਿ ਸਾਰੀਆਂ 31 ਦੀਆਂ 31 ਕਿਸਾਨ ਜਥੇਬੰਦੀਆਂ ਨੂੰ ਸੱਦਾ ਦੇ ਰਹੇ ਹੋ ਕਿ ਨਹੀਂ ਦੇ ਰਹੇ। ਕਾਫੀ ਹੱਦ ਤੱਕ ਸੈਟੀਸਫਾਈਡ ਲੱਗਦੀ ਤੁਹਾਨੂੰ ਇਹ? ਦੇਖੋ, ਜਿਹੜੀਆਂ
30 ਜਥੇਬੰਦੀਆਂ ਨੇ ਜਿਹੜੀਆਂ ਇਕਜੁੱਟ ਹੋ ਕੇ ਲੜਦੀਆਂ ਨੇ। ਔਰ ਇਸ ਤੋਂ ਇਲਾਵਾ ਜਿਹੜੀ ਇੱਕ ਹੈਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, 3 ਧਿਰਾਂ ਨੇ ਜਿਹੜੀਆਂ 30 ਜਥੇਬੰਦੀਆਂ ਸਾਂਝੀਆਂ ਲੜਦੀਆਂ ਨੇ। ਉਹਨਾਂ ਦੇ ਜਿਹੜੇ ਲੀਡਰ ਨੇ ਬਲਬੀਰ ਰਾਜੇਵਾਲ, ਉਹਨਾਂ ਦੀ ਰਾਜਨਾਥ ਸਿੰਘ ਨਾਲ ਮੀਟਿੰਗ ਗੱਲਬਾਤ ਵੀ ਹੋ ਗਈ ਸੀ ਫੋਨ ਤੇ, ਮਿਸਟਰ ਗਿਆਨੀ ਨੇ ਕਰਵਾਈ ਸੀ। ਔਰ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਅਸੀਂ ਜਾਵਾਂਗੇ 12 ਨਵੰਬਰ ਨੂੰ। ਉਹ ਚੰਡੀਗੜ੍ਹ ਕਿਸਾਨ ਭਵਨ 'ਚ ਮੀਟਿੰਗ ਰੱਖੀ ਉਹਨਾਂ ਨੇ, ਉਹਦੇ 'ਚ ਡਿਸਕਸ ਕਰਨਗੇ, ਉਹ ਡਿਸਕਸ ਕਰਕੇ ਸਟੈਂਡ ਕਲੀਅਰ ਕਰਨਗੇ। ਪਰ ਜਾਣਾ ਉਹਨਾਂ ਨੇ 13 ਨਵੰਬਰ ਨੂੰ ਉਹ ਦਿੱਲੀ ਜ਼ਰੂਰ ਜਾਣਗੇ, ਇਹ ਬਹੁਤ ਕਲੀਅਰ ਹੈ। ਜਿੱਥੋਂ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਔਰ ਆਪਣੇ ਸੰਘਰਸ਼ ਕਮੇਟੀ, ਉਹਨਾਂ ਦੇ ਵਿੱਚ ਜਾਣਦੇ ਸਾਰੇ। ਸੋ ਇਹ ਪੱਤਰ ਜਿਹੜਾ ਹੈ ਇਹ ਉਹਨਾਂ ਨਾਲ ਗੱਲਬਾਤ ਕਰਕੇ ਕੱਢਿਆ। ਔਰ ਕਿਸਾਨ ਜਥੇਬੰਦੀਆਂ ਵੀ ਇਹ ਗੱਲ ਨੂੰ ਪਹਿਲੇ ਦਿਨ ਤੋਂ ਕਹਿ ਰਹੀਆਂ ਵੀ ਅਸੀਂ ਗੱਲਬਾਤ ਤੋਂ ਤੇ ਭੱਜਦੇ ਨਹੀਂ, ਗੱਲਬਾਤ ਕਰੋ, ਖੇਤੀ ਕਾਨੂੰਨਾਂ ਤੇ ਗੱਲ ਕਰੋ। ਸੋ ਇਹ ਮੀਟਿੰਗ ਹੋਏਗੀ। ਤਰਲੋਚਨ, ਤੁਸੀਂ ਆਪਣੇ ਫੋਨ ਤੋਂ ਕੱਢ ਕੇ ਇੱਕ ਵਾਰ ਟਰਾਈ ਕਰੋ ਕਿਸਾਨ ਜਥੇਬੰਦੀਆਂ ਤੋਂ ਕੋਈ ਰਿਐਕਸ਼ਨ ਮਿਲ ਜੇ, ਕਿਉਂਕਿ ਕਿਸਾਨਾਂ ਦਾ ਰਿਐਕਸ਼ਨ ਬੜਾ ਜ਼ਰੂਰੀ ਹੈ। ਕਿਸਾਨ ਜਥੇਬੰਦੀਆਂ ਲਗਾਤਾਰ ਇਹ ਮੰਗ ਕਰਦੀਆਂ ਰਹੀਆਂ ਕਿ ਸਾਡੇ ਤੱਕ ਲਿਖਤ ਦੇ ਵਿੱਚ ਜਦ ਤੱਕ ਚਿੱਠੀ ਨਹੀਂ ਪਹੁੰਚਦੀ, ਲਿਖਤ ਦੇ ਵਿੱਚ ਸਾਨੂੰ ਅਸ਼ੋਰੈਂਸ ਨਹੀਂ ਦਿੱਤੀ ਜਾਂਦੀ, ਤਦ ਤੱਕ ਅਸੀਂ ਗੱਲਬਾਤ ਕੋਈ ਨਹੀਂ ਕਰਨੀ। ਲਿਖਤ ਦੇ ਵਿੱਚ ਆਏਗਾ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ। ਹੁਣੇ ਥੋੜੀ ਦੇਰ ਪਹਿਲਾਂ ਹੀ ਇੱਕ ਕਿਸਾਨ ਆਗੂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਵੀ ਅਸੀਂ ਤਾਂ ਚਾਹੁੰਦੇ ਹਾਂ ਕਿ ਦੀਵਾਲੀ ਤੋਂ ਬਾਅਦ ਗੱਲ ਕੀਤੀ ਜਾਵੇ, ਕਿਉਂਕਿ ਸਾਨੂੰ ਥੋੜਾ ਜਿਹਾ ਸਮਾਂ ਦਿੱਤਾ ਜਾਵੇ, ਅਸੀਂ ਆਪਣੀ ਸਟ੍ਰੈਟਜੀ ਬਣਾਉਣੀ ਹੈ, ਅਸੀਂ ਆਪਣੀ ਕਮੇਟੀ ਦੇ ਵਿੱਚ ਗੱਲਬਾਤ ਕਰਨੀ ਹੈ। ਉਹ ਕਮੇਟੀ ਇਹ ਤੈਅ ਕਰੇਗੀ ਕਿ ਕੀ ਏਜੰਡਾ ਲੈ ਕੇ ਜਾਣਾ ਹੈ, ਕਿਵੇਂ ਗੱਲਬਾਤ ਕਰਨੀ ਹੈ। ਇਸ ਕਰਕੇ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ। ਹੁਣ ਸਮਾਂ ਹੈਗਾ ਬਹੁਤ ਘੱਟ, ਪਰਸੋਂ ਦਾ ਇਹ ਸਮਾਂ ਰੱਖਿਆ ਗਿਆ। ਔਰ ਅਜਿਹੇ ਦੇ ਵਿੱਚ ਕੀ ਇੰਨੀ ਜਲਦੀ ਕਿਸਾਨ ਜਥੇਬੰਦੀਆਂ ਦੀ ਤਿਆਰੀ ਹੋ ਪਾਏਗੀ ਕਿ ਨਹੀਂ ਹੋ ਪਾਏਗੀ? ਕੱਲ ਨੂੰ ਉਹਨਾਂ ਨੇ ਮੀਟਿੰਗ ਰੱਖੀ ਹੈ, ਕਿ ਉਸ ਮੀਟਿੰਗ ਦੇ ਵਿੱਚ ਸਹੀ ਬਣ ਪਾਉਂਦਾ ਕਿ ਨਹੀਂ ਬਣ ਪਾਉਂਦਾ, ਆਪਸੀ ਸਹਿਮਤੀ ਬਣ ਪਾਉਂਦੀ ਹੈ ਕਿ ਨਹੀਂ ਬਣ ਪਾਉਂਦੀ, ਇਹ ਇੱਕ ਅਹਿਮ ਰੋਲ ਰਹੇਗਾ। ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਚਿੱਠੀ ਦਿਖਾ ਦਿੰਦੇ ਆ। ਇਹ ਬਹੁਤ ਇੰਪੋਰਟੈਂਟ ਚਿੱਠੀ ਹੈ ਜਿਹੜੀ ਮੈਂ ਕਹਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨੀ ਸੰਘਰਸ਼ ਨੂੰ ਇਹ ਤੈਅ ਕਰੇਗੀ ਕਿ ਇਹ ਸੰਘਰਸ਼ ਕਿੱਦਾਂ ਦਾ ਹੋਣ ਵਾਲਾ ਹੈ। ਕਿਉਂਕਿ ਲਗਾਤਾਰ ਅਸੀਂ ਇਹ ਆਸ ਕਰ ਰਹੇ ਸੀਗੇ ਕਿ ਕੋਈ ਮੀਟਿੰਗ ਹੋਵੇ, ਕੋਈ ਸੱਦਾ ਆਵੇ, ਕਿਸੇ ਪਾਸੋਂ ਗੱਲਬਾਤ ਚੱਲੇ ਤਾਂ ਹੀ ਕੋਈ ਗੱਲ ਸਿਰੇ ਚੜੇਗੀ। ਸੋ ਇਹ ਚਿੱਠੀ ਅੱਜ ਸੈਂਟਰ ਗਵਰਨਮੈਂਟ ਵੱਲੋਂ ਭੇਜੀ ਗਈ ਹੈ, ਇਹ ਖੇਤੀਬਾੜੀ ਵਿਭਾਗ ਵੱਲੋਂ ਭੇਜੀ ਗਈ ਹੈ। ਉਸ ਵੱਲੋਂ ਹੁਣ ਇਹ ਕਿਹਾ ਗਿਆ ਕਿ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ। ਇੱਕ ਵਾਰ ਫਿਰ ਤੋਂ ਤੁਹਾਨੂੰ ਚਿੱਠੀ ਦਿੰਦੇ ਹਾਂ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਤੋਮਰ, ਰੇਲ ਮੰਤਰੀ ਸ਼੍ਰੀ ਪਿਊਸ਼ ਗੋਇਲ ਤੁਹਾਨੂੰ ਸੱਦਾ ਦਿੰਦੇ ਨੇ ਔਰ ਇਹ ਕਹਿੰਦੇ ਨੇ ਕਿ 13 ਨਵੰਬਰ 2020 ਨੂੰ ਸਵੇਰੇ 11 ਵਜੇ ਹਾਲ ਨੰਬਰ 2 ਦੇ ਵਿੱਚ ਤੁਸੀਂ ਪਹੁੰਚੋ, ਉੱਥੇ ਗੱਲਬਾਤ ਕੀਤੀ ਜਾਏਗੀ। ਤਰਲੋਚਨ ਜੀ, ਅਪਡੇਟ ਕੀ ਹੈ? ਦੇਖੋ, ਅਪਡੇਟ ਇਹੀ ਹੈ, ਤਕਰੀਬਨ ਆਲਮੋਸਟ ਕਲੀਅਰ ਹੈ। ਕਿਸਾਨ ਜਥੇਬੰਦੀਆਂ ਦੀ ਜਿਹੜੀ ਗੱਲਬਾਤ ਹੋ ਗਈ ਹੈ, ਉਹਨਾਂ ਨੇ ਪਹਿਲਾਂ ਹੀ ਆਲਰੇਡੀ ਡਿਸਾਈਡ ਕੀਤਾ ਹੈ ਵੀ ਜੇ ਸਾਨੂੰ ਲਿਖਤੀ ਸੱਦਾ ਪੱਤਰ ਆਇਆ 12 ਨਵੰਬਰ ਨੂੰ ਕਿਸਾਨ ਭਵਨ ਮੀਟਿੰਗ ਕਰਕੇ ਇੱਥੋਂ ਕੂਚ ਕਰਨਗੇ, ਉੱਥੇ ਜਾਣਗੇ। ਔਰ ਇਹਦੇ 'ਚ ਬੜਾ ਸਪਸ਼ਟ ਕਿਹਾ ਗਿਆ, ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਬੜਾ ਸਾਫ਼ ਕਿਹਾ ਗਿਆ ਵੀ ਸਾਡੀ ਇੱਕੋ ਡਿਮਾਂਡ ਹੈ ਵੀ ਜਿਹੜੇ 3 ਕੇਂਦਰੀ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਜੇ ਸਰਕਾਰ ਰੱਦ ਨਹੀਂ ਕਰਦੀ, ਜੇ ਸਮਝਦੀ ਵੀ ਇਹ ਬੈਟਰ ਨੇ, ਤੇ ਕੁਝ ਸਮੇਂ ਲਈ ਸਸਪੈਂਡ ਕਰਕੇ ਸਾਡੇ ਨਾਲ ਗੱਲ ਕੀਤੀ ਜਾਵੇ। ਜਿੰਨਾ ਚਿਰ ਇਹ ਸਸਪੈਂਡ ਨਾ ਕੀਤੇ ਉਹਨਾਂ ਦਾ ਸੰਘਰਸ਼ ਬੇਰੋਕ ਜਿਹੜਾ ਉਹ ਚੱਲਦਾ ਰਹੇ। ਕੱਲ ਜੈਨੀ ਹੁਰੀ ਕਹਿੰਦੇ ਸੀ ਕਿ ਸਾਰੀ ਜਿਹੜੀ ਉਹਨਾਂ ਦੀ ਬੀਜੇਪੀ ਦੀ ਟੀਮ ਹੈਗੀ ਹੈ ਉਹ ਬਿਹਾਰ ਚੋਣਾਂ ਦੇ ਵਿੱਚ ਕਾਫੀ ਬਿਜ਼ੀ ਰਹੀ ਹੈ, ਇਸ ਕਰਕੇ ਸ਼ਾਇਦ ਇਹ ਮਾਮਲਾ ਲਟਕ ਗਿਆ। ਅੱਜ ਬਿਹਾਰ ਦੇ ਨਤੀਜੇ ਆਉਂਦੇ ਨੇ, ਅੱਜ ਚਿੱਠੀ ਜਾਰੀ ਹੋ ਜਾਂਦੀ ਹੈ। ਤੁਹਾਨੂੰ ਲੱਗਦਾ ਹੈ ਕਿ ਉਸ ਗੱਲ ਦੇ ਵਿੱਚ ਥੋੜਾ ਜਿਹਾ ਵਜਨ ਹੈਗਾ ਕਿ ਉਹ ਬਿਹਾਰ 'ਚ ਬਿਜ਼ੀ ਸੀਗੇ, ਇਸ ਕਰਕੇ ਕਿਸਾਨਾਂ ਨੂੰ ਬੁਲਾ ਨਹੀਂ ਸਕੇ? ਨਹੀਂ, ਮੈਂ ਇਹ ਗੱਲ ਸਮਝਦਾ। ਬਿਹਾਰ ਵਾਲੀ ਲੀਡਰਸ਼ਿਪ ਹੀ ਹੋਰ ਸੀ। ਬੁਲਾਇਆ ਕਿੰਨੇ ਹੈ? ਨਰਿੰਦਰ ਤੋਮਰ ਹੋਣਾ ਨੇ ਬੁਲਾਇਆ, ਪਿਊਸ਼ ਗੋਇਲ ਹੋਣਾ ਨੇ ਬੁਲਾਇਆ। ਦੂਸਰੀ ਗੱਲ ਹੈ ਵੀ ਜੇ ਬਿਹਾਰ ਇਲੈਕਸ਼ਨ ਬਹੁਤ ਇੰਪੋਰਟੈਂਟ ਸੀ ਤਾਂ ਪੰਜਾਬ ਬਲਦਾ ਪਿਆ, ਇਹ ਜਲ ਰਿਹਾ ਸੀ ਪੰਜਾਬ ਤੇ ਪ੍ਰਤੀ ਦਿਨ ਐਜੀਟੇਸ਼ਨ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਉਹ ਮਹਿਜ ਇੱਕ ਬਹਾਨਾ ਸੀ। ਸ਼ਾਇਦ ਭਾਰਤ ਸਰਕਾਰ ਤੋਲ ਰਹੀ ਸੀ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਵੀ ਕਿਤੇ ਇਹ ਡੋਲ ਜਾਣ, ਕਿਤੇ ਇਹਨਾਂ 'ਚ ਫੁੱਟ ਪੈ ਜੇ, ਉਹ ਨਹੀਂ ਪਈ। ਪਰ ਜਦੋਂ ਇਹਦੇ ਉਲਟ ਭਾਰਤੀ ਜਨਤਾ ਪਾਰਟੀ ਦੇ ਆਪਣੇ ਘਰ ਵਿੱਚ ਬਗਾਵਤੀ ਸਰਾਂ ਉੱਠੀਆਂ। ਦੇਖੋ, ਸਰਜੀਤ ਜਿਆਨੀ ਦਾ ਬੋਲਣਾ ਔਰ ਉਸ ਤੋਂ ਪਹਿਲਾਂ ਮਾਲਵਿੰਦਰ ਕੰਗ ਦਾ ਅਸਤੀਫਾ ਦੇਣਾ, ਉਸ ਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਜਿਹੜੇ ਇੰਚਾਰਜ ਨੇ ਤਰਲੋਚਨ ਸਿੰਘ ਗਿੱਲ ਦਾ ਅਸਤੀਫਾ ਦੇਣਾ, ਉਸ ਤੋਂ ਪਹਿਲਾਂ ਇੱਕ ਯੂਥ ਵਿੰਗ ਦੇ ਲੀਡਰ ਨੇ ਉਹਨਾਂ ਦਾ ਅਸਤੀਫਾ ਦੇਣਾ। ਅੰਦਰ ਜਿਹੜੀ ਇੱਕ ਕੁੜੱਤਣ ਪੈਦਾ ਹੋਈ ਸੀ ਜਾਂ ਇੱਕ ਬਗਾਵਤ ਪੈਦਾ ਹੋਈ ਸੀ, ਉਹ ਵੀ ਇੱਕ ਬਹੁਤ ਵੱਡਾ ਕਾਰਨ ਸੀ। ਦੂਸਰੀ ਗੱਲ, ਭਾਰਤ ਸਰਕਾਰ ਕਿਸੇ ਨਾ ਕਿਸੇ ਰੂਪ ਵਿੱਚ ਜ਼ਿੰਮੇਵਾਰ ਮੰਨੀ ਜਾ ਰਹੀ ਵੀ ਪੰਜਾਬ ਸਰਕਾਰ ਦਾ ਪੰਜਾਬ ਦਾ ਨੁਕਸਾਨ ਹੋ ਰਿਹਾ, ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਇਹ ਇੱਕ ਬਦਨਾਮੀ ਆ ਰਹੀ ਸੀ
ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿਸਾਨ ਪਟੜੀਆਂ ਤੋਂ ਉਤਰ ਗਏ, ਚੱਲ ਗਏ ਸਾਈਡ ਤੇ, ਕਿਹਾ ਵੀ ਮਾਲ ਗੱਡੀਆਂ ਚਲਾ ਦਿਓ, ਤਾਂ ਫਿਰ ਇੱਕ ਬਹਾਨਾ ਲਾ ਦਿੱਤਾ ਵੀ ਜਿੰਨਾ ਚਿਰ ਪੈਸੇਂਜਰ ਗੱਡੀਆਂ ਨਹੀਂ ਚੱਲਣ ਦਿਓਗੇ ਉਹਨਾਂ ਚਿਰ ਨਹੀਂ ਆਵਾਂਗੇ। ਸੋ ਇਹ ਸਰਕਾਰ ਦੇ ਸਿਰ ਤੇ ਕਿਤੇ ਨਾ ਕਿਤੇ ਪ੍ਰੈਸ਼ਰ ਸੀ, ਇਹ ਦਬਾਅ ਸੀ। ਦੂਸਰੇ ਪਾਸੇ 26 ਤੇ 27 ਨਵੰਬਰ ਨੂੰ ਜਿਹੜਾ ਸੱਦਾ ਦਿੱਤਾ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ, ਦਿੱਲੀ ਚੱਲੋ, ਉਹ ਇੱਕ ਬਹੁਤ ਵੱਡਾ ਸੱਦਾ ਹੈ। ਅੱਜ 10 ਤਰੀਕ ਹੋ ਗਈ, ਦਿਨ ਤੇ 16 ਰਹਿ ਗਏ ਸੀ। ਇੱਕ ਪ੍ਰੈਸ਼ਰ ਨੂੰ ਮੁੱਖ ਰੱਖਦਿਆਂ ਸਰਕਾਰ ਨੂੰ ਮਜਬੂਰ ਹੋਣਾ ਪਿਆ 13 ਤਰੀਕ ਨੂੰ ਬੁਲਾਉਣ ਲਈ। ਚਲੋ ਅਸੀਂ ਬੜੀ ਆਸ ਤੇ ਉਮੀਦ ਰੱਖਦੇ ਹਾਂ ਕਿ ਇਹ ਜਿਹੜੀ ਦੀਵਾਲੀ ਆ ਰਹੀ ਹੈ, ਸਾਰੀ ਦੀਵਾਲੀ ਸਾਰਿਆਂ ਦੇ ਲਈ ਬਿਹਤਰ ਸਾਬਤ ਹੋਵੇ, ਕਿਸਾਨ ਜਥੇਬੰਦੀਆਂ ਲਈ ਵੀ ਹੋਵੇ। ਉਹ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਨੇ, ਰੇਲ ਲਾਈਨਾਂ ਤੇ ਬੈਠੇ ਨੇ, ਘੱਟੋ ਘੱਟ ਆਪਣੇ ਘਰਾਂ 'ਚ ਜਾ ਕੇ ਰੌਸ਼ਨ ਦੀਵਾਲੀ ਮਨਾ ਸਕਣ। ਉਹ ਹੁਣ ਸੱਦਾ ਪੱਤਰ 13 ਤਰੀਕ ਦਾ ਦਿੱਤਾ ਗਿਆ, 13 ਤਰੀਕ ਨੂੰ ਹੁਣ ਕਿਸਾਨ ਜਥੇਬੰਦੀਆਂ ਦਾ ਕੀ ਰਿਐਕਸ਼ਨ ਹੁੰਦਾ ਕਿ ਉਹ ਜਾਂਦੇ ਨੇ ਜਾਂ ਨਹੀਂ ਜਾਂਦੇ, ਜੇ ਜਾਂਦੇ ਨੇ ਤਾਂ ਕੀ ਗੱਲਬਾਤ ਸਿਰੇ ਚੜ੍ਹਦੀ ਹੈ, ਇਹ ਦੇਖਣਾ ਹੋਵੇਗਾ। ਪਰ ਇਹ ਜਿਹੜੇ ਮਾਹਰ ਨੇ ਮੰਨ ਕੇ ਚੱਲ ਰਹੇ ਨੇ, ਅਸੀਂ ਇੰਨੀ ਕੁ ਉਮੀਦ ਨਾ ਲਾ ਕੇ ਬੈਠੀਏ ਕਿ ਇੱਕੋ ਮੀਟਿੰਗ ਦੇ ਵਿੱਚ ਸਭ ਕੁਝ ਹੱਲ ਹੋ ਜਾਏਗਾ। ਹਾਂ, ਪਹਿਲ ਜ਼ਰੂਰ ਹੋਈ ਹੈ। ਇੱਕ ਆਸਵੰਦ ਰਹਿਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਿ ਜੇ ਗੱਲਬਾਤ ਦਾ ਸਿਲਸਿਲਾ ਤੋਰਿਆ ਗਿਆ ਤਾਂ ਸ਼ਾਇਦ ਗੱਲਬਾਤ ਸਿਰੇ ਵੀ ਚੜ੍ਹ ਸਕਦੀ ਹੈ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।